ਜਾਂ ਫਿਰ ਕਹਿੰਦੇ ਪੰਜਾਬ ਯੂਨੀਵਰਸਿਟੀ ਦਾ ਸ਼ਾਇਦ ਨਾਮ ਵੀ ਤਬਦੀਲ ਹੋ ਸਕਦਾ ਜਿਸ ਤਰੀਕੇ ਨਾਲ ਪੰਜਾਬ ਜਾਂ ਪੰਜਾਬੀ ਨੂੰ ਟਾਰਗੇਟ ਕੀਤਾ ਜਾਂਦਾ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਉਹ ਵੀ ਸ਼ਾਮਲ ਹੋਣਗੇ ਹੈ ਨਾ, ਤੇ ਉਹਨਾਂ ਨੇ ਨਹੀਂ ਕਦੇ ਇਸ ਬਾਰੇ ਆਵਾਜ਼ ਚੁੱਕੀ ਕਿ ਕਿਉਂ ਨਹੀਂ ਚੋਣ ਦੁਆਰਾ ਕੀਤੀ ਜਾ ਰਹੀ। ਉਹਨਾਂ ਨੇ ਕਦੇ ਇਸ ਬਾਰੇ, ਜਾਂ ਜਿਹੜੇ ਭਾਜਪਾ ਦੇ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਜਿਹੜੇ ਲੋਕ ਸਭਾ ਮੈਂਬਰ ਹੁੰਦੇ ਨੇ ਉਹ ਵੀ ਇਹਦੇ ਵਿੱਚ ਸ਼ਾਮਲ, ਉਹਨਾਂ ਨੇ ਨਹੀਂ ਅੱਗੇ ਕਦੇ ਗੱਲ ਕੀਤੀ ਜਾਂ ਉਹਨਾਂ ਤੱਕ ਤੁਸੀਂ ਕਦੇ ਗੱਲ ਨਹੀਂ ਕੀਤੀ? ਇੱਕ ਹੋਰ ਇੱਥੇ ਦੱਸੋ ਕਿ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਕਿਰਨ ਖੇਰ ਹੋਣੀ ਜਦੋਂ ਲੋਕ ਸਭਾ ਮੈਂਬਰ ਸੀ ਜਾਂ ਹੋਰ ਭਾਜਪਾ ਦੇ ਨੁਮਾਇੰਦੇ, ਕੋਈ ਮੀਟਿੰਗ ਹੋਈ ਸੀ, ਕਹਿੰਦੇ ਉਸ ਮੀਟਿੰਗ ਵਿੱਚ ਕੋਈ ਰੌਲਾ ਰੱਪਾ ਪਿਆ ਇਸ ਚੀਜ਼ ਨੂੰ ਲੈ ਕੇ, ਜਾਂ ਉੱਥੇ ਕੋਈ ਇਹੋ ਜਿਹਾ ਰਵੱਈਆ ਸਾਹਮਣੇ ਆਇਆ, ਉਹ ਵੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸਾਰਾ ਕੁਝ ਕੀ ਹੋਇਆ ਸੀ? ਕਿ ਉੱਥੇ ਜਿਹੜਾ ਸਾਡੇ ਮਿਨਿਸਟਰ ਸਾਹਿਬ ਹੈ, ਯੂਨੀਅਨ ਮਿਨਿਸਟਰ ਜਿਹੜੇ ਅਸਲੇ, ਉਹਨਾਂ ਨੇ ਕਿਹਾ ਵੀ ਅਸੀਂ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਮੈਜੋਰਟੀ ਦੱਸੋਗੇ ਸਾਨੂੰ ਇੱਥੇ ਆਪਣੀ, ਕਿ ਮੈਜੋਰਟੀ ਸਾਡੀ ਗੱਲ ਹੀ ਤੁਸੀਂ ਸੁਣਦੇ ਪਏ, ਤੇ ਅਸੀਂ ਜਿਸ ਤਰ੍ਹਾਂ 370 ਦਫਾ ਤੋੜੀ ਹੈ ਇਹ ਵੀ ਤੋੜ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਜਦੋਂ ਪੰਜਾਬ ਦੀ ਕੇਂਦਰ ਦੇ ਨਾਲ ਕਈ ਮਸਲਿਆਂ ਉੱਤੇ ਸਹਿਮਤੀ ਬਣਦੀ ਜਿਹੜੀ ਨਜ਼ਰ ਆ ਰਹੀ ਹੈ, ਕੇਂਦਰ ਦੇ ਉੱਤੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਕਿ ਤਾਨਾਸ਼ਾਹੀ ਦਾ ਰਵੱਈਆ ਜਿਹੜਾ ਉਹ ਸੂਬਿਆਂ ਦੇ ਉੱਪਰ ਥੋਪਿਆ ਜਾ ਰਿਹਾ। ਲਗਾਤਾਰ ਅਜਿਹੇ ਕਾਨੂੰਨ ਬਣਾਏ ਜਾ ਰਹੇ ਨੇ ਜਿਨ੍ਹਾਂ ਨਾਲ ਕਿਤੇ ਨਾ ਕਿਤੇ ਸੂਬਿਆਂ ਦੀ ਖੁਦਮੁਖਤਿਆਰੀ ਤੇ ਸਵਾਲ ਉੱਠਦੇ ਨੇ। ਪਰ ਦੂਜੇ ਪਾਸੇ ਇੱਕ ਵੱਡਾ ਤੇ ਅਹਿਮ ਮਸਲਾ ਜਿਹੜਾ ਸਾਹਮਣੇ ਆ ਰਿਹਾ, ਉਸ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਹਾ ਜਾ ਰਿਹਾ ਕਿ ਪੰਜਾਬੀਓ, ਮੋਦੀ ਸਰਕਾਰ ਦੇ ਇੱਕ ਹੋਰ ਹਮਲੇ ਦੇ ਲਈ ਤਿਆਰ ਹੋ ਜਾਓ। ਇਹ ਹਮਲਾ ਕਿਹਾ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜਿਆ। ਜਦੋਂ ਅਸੀਂ ਚੰਡੀਗੜ੍ਹ ਦੇ ਉੱਤੇ ਪੰਜਾਬੀ ਹੋ ਕੇ ਆਪਣਾ ਅਧਿਕਾਰ ਦੀ ਗੱਲ ਕਰਦੇ ਹਾਂ ਕਿ ਸਾਡਾ ਹੱਕ ਹੈ ਚੰਡੀਗੜ੍ਹ, ਪਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਨੂੰ ਖਤਮ ਕਰਨ ਦੀਆਂ ਚਰਚਾਵਾਂ ਉਹ ਅੰਦਰੋਂ ਅੰਦਰ ਹੋ ਰਹੀਆਂ ਨੇ। ਹੋ ਸਕਦਾ ਹੈ ਕਿ ਇਸ ਨੂੰ ਖਤਮ ਕਰਕੇ ਕੇਂਦਰ ਆਪਣਾ ਦਬਦਬਾ ਇੱਥੇ ਵੀ ਬਣਾ ਲੇ ਤੇ ਇੱਕੋ ਇੱਕ ਲਿੰਕ ਜਿਹੜਾ ਪੰਜਾਬ ਤੇ ਚੰਡੀਗੜ੍ਹ ਦਾ ਜੁੜਦਾ, ਚੰਡੀਗੜ੍ਹ ਦੇ ਨਾਲ ਪੰਜਾਬੀਆਂ ਦਾ ਜੁੜਦਾ, ਉਹ ਵੀ ਕਹਿੰਦੇ ਖਤਮ ਹੋ ਜਾਏਗਾ। ਇਹਦੇ ਨਾਲ ਕਿਸ ਤਰ੍ਹਾਂ ਦੇ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਪੈਣਗੇ ਜੇਕਰ ਅਜਿਹਾ ਕੁਝ ਹੁੰਦਾ? ਕਿਉਂਕਿ ਮੀਟਿੰਗਾਂ ਦੇ ਵਿੱਚ ਵੀ ਕਹਿੰਦੇ ਜਦੋਂ ਮੀਟਿੰਗਾਂ ਹੋਈਆਂ ਤਾਂ ਉੱਥੇ ਵੀ ਕੁਝ ਨਾ ਕੁਝ ਗੱਲਾਂ ਅਜਿਹੀਆਂ ਭਾਜਪਾ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ। ਉਸ ਉੱਤੇ ਵੀ ਅਸੀਂ ਮੁਕੰਮਲ ਤੌਰ 'ਤੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਸੈਨੇਟ ਤੇ ਸਿੰਡੀਕੇਟ ਹੁੰਦਾ ਕੀ ਹੈ, ਕਿਸ ਤਰ੍ਹਾਂ ਇਹਦੀ ਚੋਣ ਹੁੰਦੀ ਹੈ, ਕੌਣ ਕੌਣ ਇਹਦੇ ਵਿੱਚ ਹੁੰਦਾ ਹੈ, ਤੇ ਹੁਣ ਮੋਦੀ ਸਰਕਾਰ ਉਹਦੇ ਉੱਤੇ ਕੀ ਕੁਝ ਕਰਨ ਜਾ ਰਹੀ ਹੈ। ਮੇਰੇ ਨਾਲ ਸਿੰਡੀਕੇਟ ਦੇ ਤਕਰੀਬਨ 24 ਸਾਲ ਮੈਂਬਰ ਰਹੇ ਰਵਿੰਦਰ ਨਾਥ ਸ਼ਰਮਾ ਜੀ ਮੌਜੂਦ ਨੇ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੇ ਨੇ, ਜਿਨ੍ਹਾਂ ਨੇ ਲਗਾਤਾਰ ਸਿੰਡੀਕੇਟ ਤੇ ਸੈਨੇਟ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਨੇ। ਅਕਤੂਬਰ ਦਾ ਆਖਰੀ ਦਿਨ ਜਿਹੜਾ ਉਹ ਜਾ ਰਿਹਾ, ਇਹਦੇ ਵਿੱਚ ਜਿਹੜਾ ਕਾਰਜਕਾਲ ਉਹ ਹੁਣ ਖਤਮ ਹੋ ਚੁੱਕਿਆ। ਅੱਗੋਂ ਨਵੀਂ ਕਮੇਟੀ ਬਣਨੀ ਸੀ ਪਰ ਉਹ ਬਣੀ ਨਹੀਂ। ਸ਼ਰਮਾ ਜੀ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ ਪੰਜਾਬੀ। ਹਾਂਜੀ ਸ਼ਰਮਾ ਜੀ, ਮੈਨੂੰ ਇਹ ਦੱਸੋ ਕਿ ਸਭ ਤੋਂ ਪਹਿਲਾਂ ਸੈਨੇਟ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ, ਜਿਹਦਾ ਹੁਣ ਕੇਂਦਰ ਤੇ ਜਿਹੜਾ ਕਿਤੇ ਨਾ ਕਿਤੇ ਅੰਦਰ ਖਾਤੇ ਗੱਲਾਂ ਇਹ ਚੱਲਦੀਆਂ ਕਿ ਸ਼ਾਇਦ ਇਹਦੇ ਉੱਤੇ ਕਬਜ਼ਾ ਕਰ ਲਿਆ ਜਾਵੇ। ਚੋਣ ਕਿਉਂ ਹੁੰਦੀ ਹੈ, ਇਹਦਾ ਮਕਸਦ ਕੀ ਹੁੰਦਾ? ਦੇਖੋ, ਪੰਜਾਬ ਯੂਨੀਵਰਸਿਟੀ ਜਿਹੜੀ ਕਿ ਅਸੀਂ ਸਮਝਦੇ ਹਾਂ ਕਿ ਹਿੰਦੁਸਤਾਨ ਦੀ ਸਿਰਫ ਇੱਕੋ ਇੱਕ ਯੂਨੀਵਰਸਿਟੀ ਹੈ ਜਿੱਥੇ ਕਿ ਅੱਜ ਇੱਕ ਇਲੈਕਟਿਡ ਜਿਹੜੀ ਹੈ, ਚੁਣੀ ਹੋਈ ਜਿਹੜੀ ਹੈ ਸੈਨੇਟ ਸਿੰਡੀਕੇਟ ਹੈਗੀ ਹੈ। ਔਰ ਇਹ ਯੂਨੀਵਰਸਿਟੀ ਜਿਹੜੀ ਹੈ, ਇਸ ਵਿੱਚ ਇਹਦੀ ਇੱਕ ਬੜੀ ਕੰਪੋਜੀਸ਼ਨ ਜਿਹੜੀ ਹੈ, ਇਹਦਾ ਜਿਹੜਾ ਸੰਗਠਨ ਹੈ ਉਹ ਬੜਾ ਇੱਕ ਆਪਣੇ ਢੰਗ ਦਾ ਹੈ, ਜਿਹੜਾ ਕਿ ਅੰਗਰੇਜ਼ ਦੇ ਜ਼ਮਾਨੇ ਤੋਂ ਹੀ 1904 ਤੋਂ, ਵੈਸੇ ਯੂਨੀਵਰਸਿਟੀ 1882 ਵਿੱਚ ਬਣੀ ਸੀ, ਤਾਂ 1904 'ਚ ਹੀ ਇਹਦੀ ਇਲੈਕਸ਼ਨ ਦੀਆਂ ਸਾਰੀਆਂ ਗੱਲਾਂ ਸ਼ੁਰੂ ਹੋਈਆਂ। ਬਾਕੀ ਕਲਕੱਤਾ, ਬੰਬੇ, ਮਦਰਾਸ 'ਚ ਤੇ ਸ਼ਾਇਦ ਥੋੜ੍ਹਾ ਬਹੁਤਾ ਰਹਿ ਗਿਆ, ਪਰ ਪੰਜਾਬ ਯੂਨੀਵਰਸਿਟੀ ਵਿੱਚ ਉਹੀ ਐਕਟ ਜਿਹੜਾ ਕਿ ਅੰਗਰੇਜ਼ ਤੋਂ ਜ਼ਮਾਨੇ ਦਾ ਸੀ, ਉਹ ਲੋਕਤੰਤਰ ਜਿਹੜਾ ਢਾਂਚਾ ਹੈ ਉਹ ਅੱਜ ਵੀ ਹੈ। ਔਰ ਇਹ ਇੱਕ ਆਪਣੇ ਆਪ 'ਚ ਯੂਨੀਵਰਸਿਟੀ ਹੈ ਜਿੱਥੇ ਕਿ ਅਸੀਂ ਸੋਚਦੇ ਹਾਂ ਕਿ ਵੱਖ-ਵੱਖ ਢੰਗਾਂ ਨਾਲ ਲੋਕ ਇਹਦੇ ਮੈਂਬਰ ਬਣਦੇ ਨੇ। ਇਹਦੀ ਜਿਸ ਤਰ੍ਹਾਂ ਕਿ ਟੋਟਲ ਸਟਰੈਂਥ 91 ਹੈ, ਔਰ 91 ਚੋਂ 6 ਮੈਂਬਰ ਤੇ ਹੈਗੇ ਨੇ ਐਕਸ ਐਫੀਸ਼ੋ, ਜਿਹੜੇ ਕਿ ਜਿਸ ਤਰ੍ਹਾਂ ਕਿ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੀਫ ਮਿਨਿਸਟਰ ਪੰਜਾਬ, ਐਜੂਕੇਸ਼ਨ ਮਿਨਿਸਟਰ ਪੰਜਾਬ, ਔਰ ਜਿਹੜਾ ਇਹਦਾ DPI 2 ਜਿਹੜੇ ਹੈਗੇ ਨੇ ਯੂਟੀ ਦੇ ਔਰ ਪੰਜਾਬ ਦੇ, ਦੋਨੋਂ ਹੀ ਉਹਦੇ ਮੈਂਬਰ ਹੈਗੇ ਨੇ। ਇੱਕ ਜਿਹੜਾ ਐਡਵਾਈਜ਼ਰ ਹੈਗਾ ਸਾਡੀ ਯੂਟੀ ਦਾ, ਉਹਦੇ ਮੈਂਬਰ ਹੈਗੇ ਨੇ। 6 ਸਾਡੇ ਐਕਸ ਐਫੀਸ਼ੀਅਲ ਮੈਂਬਰ, ਕੋਈ ਜਿਹੜੇ ਵੀ ਹੋਣਗੇ ਉਹ 6 ਮੈਂਬਰ ਬਣ ਜਾਣਗੇ, ਜਿਹੜਾ ਚੀਫ ਜਸਟਿਸ ਹੋਏਗਾ, ਚੀਫ ਮਿਨਿਸਟਰ ਹੋਏਗਾ, ਕੋਈ ਵੀ। ਉਸ ਤੋਂ ਬਾਅਦ ਇਹਦੇ 'ਚ 36 ਮੈਂਬਰ ਜਿਹੜੇ ਹੈ, ਉਹ ਸਾਡਾ ਜਿਹੜਾ ਚਾਂਸਲਰ ਹੈ, ਜਿਹੜਾ ਕਿ ਉਪ ਰਾਸ਼ਟਰਪਤੀ ਹੈ ਸਾਡੇ ਦੇਸ਼ ਦਾ, ਉਹ ਨੋਮੀਨੇਟ ਕਰਦਾ 36 ਨੂੰ। ਉਹਦੀ ਜਿਹੜੀ ਆਪਣੀ ਡਿਸਕ੍ਰਿਸ਼ਨ ਹੈ, ਉਹਦੀ ਆਪਣੀ ਮਰਜ਼ੀ ਹੈ, ਕਿਸੇ ਨੂੰ ਵੀ 36 ਵਿੱਚ ਇਨਕਲੂਡ ਕਰ ਲੈਂਦਾ ਹੈ। ਪਰ ਹੁੰਦਾ ਕੀ ਹੈ ਕਿ 36 ਵਿੱਚ ਜਿਹੜੇ ਪਬਲਿਕ ਫਿਗਰਸ ਹੁੰਦੇ ਨੇ, ਐਜੂਕੇਸ਼ਨਿਸਟ ਹੁੰਦੇ ਨੇ, ਕੋਈ ਪੋਲੀਟੀਕਲ ਲੋਕ ਹੁੰਦੇ ਨੇ, ਉਹਨਾਂ ਲੋਕਾਂ ਨੂੰ
ਪੰਜਾਬ ਤੋਂ ਹਰਿਆਣੇ ਤੋਂ ਜਾਂ ਹਿੰਦੁਸਤਾਨ ਦੇ ਕਿਸੇ ਵੀ ਕਾਰਨਰ ਤੋਂ ਵੱਡੇ ਬੰਦਿਆਂ ਨੂੰ ਨੋਮੀਨੇਟ ਕਰਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਟੈਲੈਂਟ ਹੈ, ਉਹਨਾਂ ਦੀ ਜਿਹੜੀ ਮੈਰਿਟ ਹੈ, ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ, ਉਹਦਾ ਫਾਇਦਾ ਉਠਾਉਣ ਲਈ ਉਹ ਵੀ ਆ ਕੇ ਹਾਊਸ ਵਿੱਚ ਆਪਣੀ ਗੱਲ ਕਹਿ ਸਕਣ। ਸੋ ਇਹ ਇੱਕ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਕਿ ਅਸੀਂ ਸੋਚਦੇ ਹਾਂ 36 ਨੋਮੀਨੇਟਡ ਹੈ, ਉਹ ਵੀ ਟਰਮ ਉਹਨਾਂ ਦੀ ਵੀ 4 ਸਾਲ ਹੀ ਹੈ, ਮਤਲਬ ਇਕੱਠੇ ਹੈ। ਉਸ ਤੋਂ ਇਲਾਵਾ 49 ਮੈਂਬਰਸ ਐਸੇ ਹੈ ਜਿਹੜੇ ਕਿ ਇਲੈਕਟਿਡ ਹੈਗੇ ਨੇ। ਜਿਹੜੇ 49 ਇਲੈਕਟਿਡ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਨਾਲੋਂ ਜ਼ਿਆਦਾ ਤੇ 15 ਮੈਂਬਰ ਹੈਗੇ ਨੇ ਜਿਹੜੇ ਕਿ ਗ੍ਰੈਜੂਏਟਸ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਹੈਗੇ ਨੇ ਰਜਿਸਟਰਡ, ਉਹਨਾਂ ਵੱਲੋਂ 15 ਲੋਕ ਚੁਣੇ ਜਾਂਦੇ ਆ। ਔਰ ਉਸ ਤੋਂ ਇਲਾਵਾ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਗੇ ਨੇ, ਅਸਿਸਟੈਂਟ ਪ੍ਰੋਫੈਸਰ ਹੈਗੇ ਨੇ, ਉਹਨਾਂ 'ਚੋਂ 2 ਚੁਣੇ ਜਾਂਦੇ ਨੇ। ਫਿਰ ਉਹਨਾਂ 'ਚੋਂ ਪ੍ਰਿੰਸੀਪਲ ਜਿਹੜੇ ਐਫੀਲੀਏਟਡ ਕਾਲਜਾਂ ਦੇ ਹੈਗੇ ਨੇ ਸਾਡੇ, ਉਹਨਾਂ ਪ੍ਰਿੰਸੀਪਲਾਂ 'ਚੋਂ 8 ਲੋਕ ਚੁਣੇ ਜਾਂਦੇ ਨੇ, 8 ਹੀ ਉਹਨਾਂ ਦੇ ਪ੍ਰੋਫੈਸਰ ਚੁਣੇ ਜਾਂਦੇ ਨੇ। ਪਲੱਸ ਜਿਹੜੇ ਟੈਕਨੀਕਲ ਕਾਲਜਿਸ ਹੈ ਉਹਨਾਂ ਦੇ 3 ਪ੍ਰਿੰਸੀਪਲ ਹੁੰਦੇ, 3 ਟੀਚਰ ਹੁੰਦੇ ਆ। ਔਰ ਇਸੇ ਤਰ੍ਹਾਂ ਹੀ 2 ਮੈਂਬਰ ਪੰਜਾਬ ਦੀ ਵਿਧਾਨ ਸਭਾ ਵੱਲੋਂ MLAs ਵੱਲੋਂ ਚੁਣ ਕੇ ਆਉਂਦੇ ਆ। ਇਹ 49 ਮੈਂਬਰ ਉਹ ਹੈਗੇ ਜਿਹੜੇ ਇਲੈਕਟਿਡ ਹੁੰਦੇ ਨੇ। 49, 36 ਅਤੇ 6 ਇਹ ਮਿਲਾ ਕੇ 91 ਦਾ ਹਾਊਸ ਬਣਦਾ ਹੈ, ਜਿਹੜਾ ਕਿ 91 ਜਿਹੜੀ ਹੈ ਉਹ ਪੂਰਾ ਸੈਨੇਟ ਕੋ ਆਉਂਦੀ ਹੈ। ਇਹ ਦੱਸੋ ਕਿ ਸੈਨੇਟ ਦਾ ਕੰਮ ਕੀ ਹੁੰਦਾ, ਕੀ ਕੁਝ ਇਹ ਮਤਲਬ ਕਿ ਯੂਨੀਵਰਸਿਟੀ ਦੇ ਵਿੱਚ ਕਿੱਦਾਂ ਦਾ ਰੋਲ ਹੁੰਦਾ ਇਹਨਾਂ ਦਾ? ਦੇਖੋ, ਸੈਨੇਟ ਜਿਹੜੀ ਹੈ ਇਹ ਸਾਡੀ ਯੂਨੀਵਰਸਿਟੀ ਦੀ ਗਵਰਨਿੰਗ ਬੋਡੀ ਹੈ। ਯੂਨੀਵਰਸਿਟੀ ਦਾ ਜਿੰਨਾ ਵੀ ਟੋਟਲ ਕੰਟਰੋਲ ਹੈ, ਇਹਦੀ ਹਾਈਐਸਟ ਬੋਡੀ ਜਿਹੜੀ ਹੈ ਉਹ ਸੈਨੇਟ ਹੈ। ਜਿੰਨਾ ਐਡਮਿਨਿਸਟ੍ਰੇਸ਼ਨ ਹੈ, ਜਿੰਨੀ ਇਹਦੀਆਂ ਅਕੈਡੈਮਿਕ ਐਕਟੀਵਿਟੀਜ਼ ਹੈ, ਜਿੰਨਾ ਵੀ ਇਹਦੀਆਂ ਹੋਰ ਵੀ ਜੋ ਵੀ ਤੁਸੀਂ ਕਹਿ ਲਓ ਕਿ ਸਾਰਾ ਯੂਨੀਵਰਸਿਟੀ ਦਾ ਅਫੇਅਰਸ ਹੈ, ਐਫੀਲੀਏਟਡ ਕਾਲਜਿਸ ਹੈ, ਟੋਟਲ ਹੈ, ਇਸ ਟੋਟਲ ਜਿਹੜੀ ਯੂਨੀਵਰਸਿਟੀ ਅਫੇਅਰਸ ਹੈ ਜਾਂ ਕਾਲਜ ਦੇ ਨਾਲ ਜੁੜੇ ਐਫੀਲੀਏਟਡ ਹੈ, ਇਹਨਾਂ ਸਭ ਦਾ ਜਿਹੜਾ ਸੁਪਰੀਮ ਪਾਵਰ ਹੈ, ਸੁਪਰੀਮ ਅਥਾਰਟੀ ਜਿਹੜੀ ਹੈ ਉਹ ਸੈਨੇਟ ਹੈ। ਔਰ ਕੋਈ ਵੀ ਜਿਹੜਾ ਫੈਸਲਾ ਫਾਈਨਲ ਹੈ ਉਹ ਸੈਨੇਟ ਦੀ ਮਨਜ਼ੂਰੀ ਦੇ ਨਾਲ ਹੁੰਦਾ ਹੈ। ਸੋ ਇਹ ਸੈਨੇਟ ਇੱਕ ਸਾਡੀ ਗਵਰਨਿੰਗ ਬਾਡੀ ਹੈ, ਹਾਈਐਸਟ ਬਾਡੀ ਹੈ। ਅਤੇ ਇਸ ਸੈਨੇਟ ਦੇ ਵਿੱਚ ਸਿਆਸੀ ਲੀਡਰਾਂ ਦਾ ਕੀ ਕੰਮ ਹੈ? ਇਹਨਾਂ ਦਾ ਕੰਮ ਇਹ ਹੈ ਕਿ ਕਿਉਂਕਿ ਇਹ ਲੋਕਾਂ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਹੈ, ਲੋਕਾਂ ਦੇ ਚੁਣੇ ਹੋਏ MLAs ਹੈ, ਅਤੇ ਇੱਕ ਡੈਮੋਕ੍ਰੈਟਿਕਲੀ ਇਲੈਕਟਿਡ ਲੋਕ ਜਿਹੜੇ ਹੈ ਉਹਨਾਂ ਨੂੰ ਵੀ ਇਹਦੇ 'ਚ ਸ਼ਾਮਿਲ ਕੀਤਾ ਜਾਂਦਾ ਕਿ ਤਾਂ ਕਿ ਉਹ ਲੋਕਾਂ ਦੀ ਜਿਹੜੀ ਹੈ ਸਪਿਰਿਟ ਹੈ, ਉਹਨਾਂ ਦੀ ਭਾਵਨਾਵਾਂ ਹੈ, ਉਹਨਾਂ ਨੂੰ ਉਹ ਪ੍ਰਗਟ ਕਰ ਸਕਦੇ। ਕਿਉਂਕਿ ਉਹ ਜਿਹੜੇ ਮੰਨ ਲਓ MLA ਬਣ ਕੇ ਆਏ ਨੇ ਜਾਂ MP ਬਣ ਕੇ ਆਏ ਨੇ, ਕੁਦਰਤੀ ਗੱਲ ਹੈ ਕਿ ਉਹ ਪਲਸ ਫੀਲ ਕਰਦੇ ਨੇ ਲੋਕ ਚਾਹੁੰਦੇ ਕੀ ਨੇ ਸਟੂਡੈਂਟਸ ਦੇ ਪੇਰੈਂਟਸ ਦੀਆਂ ਸਮੱਸਿਆਵਾਂ ਜਾਂ ਹੋਰ, ਅਤੇ ਉਹ ਆਪਣੇ ਰਿਚ ਤਜਰਬੇ ਤੋਂ ਆਪਣੀ ਗੱਲ ਕਹਿ ਸਕਦੇ ਨੇ। ਇਸ ਕਰਕੇ ਉਹਨਾਂ ਨੂੰ ਜੋੜਿਆ ਜਾਂਦਾ। ਕੋਈ ਸਿਆਸੀ ਦਖਲਅੰਦਾਜ਼ੀ ਤਾਂ ਨਹੀਂ ਹੁੰਦੀ ਉਹਨਾਂ ਦੀ? ਉਸ ਤਰ੍ਹਾਂ ਦੀ ਕੋਈ ਨਹੀਂ, ਉਸ ਤਰ੍ਹਾਂ ਦੀ ਕੋਈ ਨਹੀਂ। ਉਹ ਸਧਾਰਨ ਮੈਂਬਰ ਹੀ ਹੁੰਦੇ ਨੇ। ਜਿਸ ਤਰ੍ਹਾਂ 91 ਹੈ, 91 ਵਿੱਚ ਉਹ ਵੀ ਇੱਕ ਸਧਾਰਨ ਵੋਟ ਉਹਨਾਂ ਦਾ ਇੱਕ ਹੈ, ਭਾਵੇਂ ਚੀਫ ਮਿਨਿਸਟਰ ਚਾਹੇ ਮਿਨਿਸਟਰ ਹੈ, ਚਾਹੇ ਮੈਂ ਸਧਾਰਨ ਮੈਂਬਰ ਹਾਂ। ਸੋ ਉਹਨਾਂ ਦੀ ਕੋਈ ਸਪੈਸ਼ਲ ਪਾਵਰ ਨਹੀਂ, ਸਪੈਸ਼ਲ ਕੋਈ ਰੋਲ ਨਹੀਂ ਹੈ। ਸੋ ਇਸ ਕਰਕੇ ਉਹ ਪੋਲੀਟੀਕਲ ਉਸ ਢੰਗ ਦਾ ਨਹੀਂ ਹੈ, ਕਿਉਂਕਿ ਇਹ ਬਾਡੀ ਆਟੋਨੋਮਸ ਹੈ। ਇਹ ਟੋਟਲ ਇਹਦਾ ਕੰਟਰੋਲ ਜਿਹੜਾ ਇਹ ਸਾਡਾ ਪਾਰਲੀਮੈਂਟ ਦਾ ਐਕਟ ਪਾਸ ਹੋਇਆ ਹੈ ਉਹਦੇ ਮੁਤਾਬਕ ਹੀ ਸਾਰਾ ਕੁਛ ਹੈਗਾ। ਇਸ ਵਿੱਚ ਕੋਈ ਡੇ ਟੂ ਡੇ ਲਾਈਫ 'ਚ ਉਸ ਤਰ੍ਹਾਂ ਪੋਲੀਟੀਕਲ ਕੋਈ ਇੰਟਰਫੇਰੈਂਸ ਨਹੀਂ। ਬਾਕੀ ਇਨਫਲੂਐਂਸ ਹੋਣਾ ਉਹ ਤਾਂ ਵੱਖਰੀ ਚੀਜ਼ ਹੈ, ਪਰ ਉਸ ਤਰ੍ਹਾਂ ਪੋਲੀਟੀਕਲੀ ਕੋਈ ਇਹਦਾ ਨਹੀਂ। ਸਾਰੇ ਮੈਂਬਰ ਬਰਾਬਰ ਹੈ। ਰਵਿੰਦਰ ਨਾਥ ਜੀ, ਇਹ ਦੱਸੋ ਕਿ ਇਹਦੇ ਵਿੱਚ ਹੁਣ ਜਿਹੜੀ ਚਰਚਾ ਚੱਲ ਰਹੀ ਹੈ, ਆਪਾਂ ਦੇਖਿਆ ਕਿ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਇੱਕ ਹੋਰ ਝਟਕਾ ਜਿਹੜਾ ਕੇਂਦਰ ਵੱਲੋਂ ਦਿੱਤਾ ਜਾ ਰਿਹਾ, ਉਹ ਕਿਉਂ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ? ਇਹ ਸੈਨੇਟ ਜਿਹੜੀ ਚੱਲ ਰਹੀ ਸੀ, ਹੁਣ ਤੁਸੀਂ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਅਕਤੂਬਰ ਦੇ ਵਿੱਚ ਅੱਜ ਆਖਰੀ ਦਿਨ ਹੈ, ਤਾਂ ਅੱਜ ਇਹਦਾ ਜਿਹੜਾ ਕਾਰਜਕਾਲ ਉਹ ਖਤਮ ਹੋ ਗਿਆ। ਕਿੰਨੇ ਚਿਰ ਦਾ ਕਾਰਜਕਾਲ ਸੀ? ਦੇਖੋ, ਕਾਰਜਕਾਲ ਇਹਦਾ ਹੈਗਾ ਸੀ 1 ਨਵੰਬਰ 2000 ਤੋਂ ਲੈ ਕੇ 31 ਅਕਤੂਬਰ 2004 ਤੱਕ ਇਸ ਦਾ ਕਾਰਜਕਾਲ ਸੀ, ਜਿਹੜਾ ਕਿ ਅੱਜ ਲਾਸਟ ਵਰਕਿੰਗ ਡੇ ਹੈ, ਲਾਸਟ ਡੇ ਇਹਦਾ। ਇਹਦੇ ਬਾਅਦ ਇਹ ਸੈਨੇਟ ਜਿਹੜੀ ਹੈ ਉਹ ਖਤਮ ਹੋ ਗਈ। ਇਹਦਾ ਮਤਲਬ ਕਿ ਪਹਿਲਾਂ 2016 ਜਿਹੜਾ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਕਿ 2016 ਨਵੰਬਰ ਤੋਂ ਲੈ ਕੇ ਹੁਣ 2020 4 ਸਾਲ ਅੱਜ ਪੂਰੇ ਹੋ ਗਏ ਇਸ ਤਰੀਕ ਨੂੰ, ਅਤੇ ਹੁਣ ਅੱਗੋਂ ਚੋਣ ਕਿਉਂ ਨਹੀਂ ਹੋਈ? ਇਹ ਕਿੰਨਾ ਚਿਰ ਪਹਿਲਾਂ ਹੋ ਜਾਂਦੀ ਹੁੰਦੀ ਹੈ ਅੱਗੇ? ਦੇਖੋ, ਇਸ ਅੱਗੇ ਵੀ ਜਿਸ ਤਰ੍ਹਾਂ ਆਮ ਹੁੰਦਾ ਹੈ ਕਿ ਸਾਰੀ ਚੋਣ ਜਿਹੜੀ ਹੈ ਕਨਕਲੂਡ ਹੋ ਜਾਂਦੀ ਹੈ ਸਤੰਬਰ 'ਚ, ਔਰ ਈਵਨ ਜਿਹੜੇ ਨੋਮੀਨੇਟ ਵੀ ਹੁੰਦੇ ਨੇ ਚਾਂਸਲਰ ਵੱਲੋਂ ਉਹ ਵੀ ਆਮ ਤੌਰ 'ਤੇ ਅਕਤੂਬਰ ਦੇ ਐਂਡ ਵਿੱਚ ਆ ਜਾਂਦੇ ਨੇ, ਤਾਂ ਕਿ 1 ਨਵੰਬਰ ਤੋਂ ਫੁੱਲ ਫਲੈਜ ਨਵੀਂ ਟਰਮ ਸ਼ੁਰੂ ਹੋ ਜਾਏ। 91 ਮੈਂਬਰ ਜਿਹੜੇ ਆ ਉਹ ਆਲਰੇਡੀ ਹੋ ਜਾਣ ਉਹਦੇ ਕਰਕੇ। ਹੁਣ ਕਿਉਂਕਿ ਇਹ ਸਾਡੀ ਐਤਕੀ ਵੀ ਜਿਹੜੀ ਸਾਡੀ ਚੋਣ ਸੀ ਸਾਰੀਆਂ ਕੰਸਟੀਚੁਐਂਸੀ ਦੀਆਂ, ਉਹਨਾਂ 'ਚੋਂ ਇਹ 24 ਅਗਸਤ ਤੋਂ ਲੈ ਕੇ ਅਤੇ 20 ਸਤੰਬਰ ਤੱਕ ਪੂਰੀ ਹੋ ਜਾਣੀ ਸਾਰੀ। ਪਰ 24 ਅਗਸਤ ਨੂੰ ਤੋਂ 9 ਦਿਨ ਪਹਿਲਾਂ 15 ਅਗਸਤ ਨੂੰ ਸਾਡੇ ਵਾਈਸ ਚਾਂਸਲਰ ਨੇ ਇਸ ਨੂੰ ਪੋਸਟਪੋਨ ਕਰਤਾ ਹੈ ਕਿ ਜੀ ਕੋਵਿਡ ਦੇ ਕਰਕੇ ਹਾਲਾਤ ਠੀਕ ਨਹੀਂ ਹੈ, ਅਤੇ ਮੈਨੂੰ UT ਐਡਮਿਨਿਸਟ੍ਰੇਸ਼ਨ ਵੱਲੋਂ ਵੀ ਹੈ, ਇਸ ਕਰਕੇ ਮੈਂ 2 ਮਹੀਨਿਆਂ ਵਾਸਤੇ ਇਹਨੂੰ ਪੋਸਟਪੋਨ ਕਰਦਾ।
ਅੱਛਾ, ਉਦੋਂ ਅਸੀਂ ਵੀ ਵਿਰੋਧ ਕੀਤਾ ਵੀ ਐਸੀ ਕੋਈ ਗੱਲ ਨਹੀਂ, ਤੁਸੀਂ ਜਿੰਨੇ ਥੋੜ੍ਹੇ ਮੈਂਬਰ ਹੈਗੇ ਨੇ ਵੋਟਾਂ ਪਾ ਸਕਦੇ ਨੇ, ਹੋਰ ਵੀ ਕੰਮ ਹੁੰਦਾ, ਪਰ ਰਾਜ ਸਭਾ ਦੇ ਇਲੈਕਸ਼ਨ ਹੁੰਦੇ, ਹੋਰ ਵੀ ਕਈ ਕੁਛ ਹੁੰਦਾ ਹੈ, ਇੱਥੇ ਕੋਈ ਐਡੀ ਗੱਲ ਨਹੀਂ। ਪਰ ਐਨੀਵੇ ਉਸ ਦੀ ਉਹਨਾਂ ਨੇ ਬਿਲਕੁਲ ਕੋਈ ਨਹੀਂ ਕੀਤਾ, ਅਤੇ ਅਸੀਂ ਚਾਹੇ ਰਿਜ਼ੈਂਟ ਕਰਦੇ ਰਹੇ, ਪ੍ਰੋਟੈਸਟ ਕਰਦੇ ਰਹੇ, ਕੁਛ ਕਹਿੰਦੇ ਰਹੇ, ਪਰ ਉਹ ਗੱਲ ਬਣੀ ਨਹੀਂ। ਪਰ ਅਸੀਂ ਇਸ ਆਸ 'ਚ ਚਲੋ 2 ਮਹੀਨੇ ਪੂਰੇ ਹੋ ਗਏ ਨੇ ਅਤੇ ਅਕਤੂਬਰ 'ਚ ਸਾਰੀ ਇਸ ਟਰਮ ਤੋਂ ਪਹਿਲਾਂ ਇਲੈਕਸ਼ਨ ਹੋ ਜਾਣਗੇ। ਪਰ ਅਨਫਾਰਚੂਨੇਟਲੀ ਫਿਰ 14 ਅਕਤੂਬਰ ਨੂੰ ਫਿਰ ਇਹਨਾਂ ਨੇ ਇਹ ਕਹਿ ਤਾ ਵੀ ਸਾਨੂੰ ਯੂਟੀ ਐਡਮਿਨਿਸਟ੍ਰੇਸ਼ਨ ਤੋਂ ਹੀ ਪੁੱਛਿਆ, ਉਹਨਾਂ ਨੇ ਅਲਾਓ ਨਹੀਂ ਕੀਤਾ, ਔਰ ਯੂਟੀ ਦਾ ਜਿਹੜਾ ਐਡਵਾਈਜ਼ਰ ਹੈ ਜਾਂ ਯੂਟੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਕਹਿਣ 'ਤੇ ਅਸੀਂ ਮੁੜ ਕੇ ਇਹਨੂੰ ਪੋਸਟਪੋਨ ਕਰ ਰਹੇ ਹਾਂ। ਸੋ ਇਹ ਗੱਲ ਜਿਹੜੀ ਹੈ 2 ਵਾਰੀ ਪੋਸਟਪੋਨ ਕੀਤੀ ਹੈ, ਜਿਹਦੀ ਕਿ ਲੌਜਿਕ ਅਸੀਂ ਕਹਿੰਦੇ ਹਾਂ ਪਹਿਲੀ ਵਾਰੀ ਤਾਂ ਥੋੜ੍ਹਾ ਬਹੁਤਾ ਸੁਣਿਆ ਜਾ ਸਕਦਾ ਉਹਨਾਂ ਹਾਲਾਤਾਂ ਨੂੰ। ਅੱਜ ਦੀ ਡੇਟ 'ਚ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ 4 ਕਰੋੜ ਤੋਂ ਵੱਧ ਮੇਰਾ ਖਿਆਲ ਬਿਹਾਰ 'ਚ ਵੋਟਾਂ ਪੈ ਰਹੀਆਂ ਨੇ, ਹੋਰ ਸਾਰੀਆਂ ਬਾਈ ਇਲੈਕਸ਼ਨਾਂ ਹੋ ਰਹੀਆਂ, ਤੁਸੀਂ ਸਭ ਜਾਣਦੇ ਹੋ ਕਿ ਇਸ ਲਈ ਨਾਰਮਲਾਈਜ਼ ਲਾਈਫ ਹੋ ਰਹੀ ਹੈ। ਇਹਦੇ ਵਿੱਚ ਕਿੰਨੇ ਕੁ ਸੈਨੇਟ ਦੇ ਕਿੰਨੇ ਕੁ ਵੋਟਰ ਸਾਡੇ ਕਿੰਨੇ 50 ਸਾਰੇ 50 ਪ੍ਰਿੰਸੀਪਲ ਹੈ ਸਾਰੇ ਪੰਜਾਬ 'ਚੋਂ, ਸਾਡੇ 200 ਕਾਲਜਾਂ 'ਚ 50 ਪ੍ਰਿੰਸੀਪਲ ਹੈ, ਕਿਉਂਕਿ ਕਈ ਕਾਲਜਾਂ ਪ੍ਰਿੰਸੀਪਲ ਨਹੀਂ ਹੈਗੇ। 50 ਵੋਟਾਂ ਨਾਲ ਕਿਹੜਾ ਕੋਵਿਡ ਫੈਲ ਗਿਆ? ਕਿਹੜਾ ਜਿਹੜੇ ਯੂਨੀਵਰਸਿਟੀ ਪ੍ਰੋਫੈਸਰ ਜਿਹੜੇ ਵੋਟਾਂ ਪਾਉਂਦੇ ਪਏ ਉਹ ਰੋਜ਼ ਹੀ ਤੇ ਉੱਥੇ ਬੈਠੇ ਹੁੰਦੇ ਨੇ, ਉਹਨਾਂ ਨੇ ਵੋਟ ਪਾਉਣੀ ਹੈ, ਉੱਥੇ ਕਿਹੜਾ ਕੀ ਹੋਣਾ ਹੈ? ਸੋ ਸਾਰੀ ਕੋਈ ਲੇਮ ਐਕਸਕਿਊਜ਼ ਹੈ। ਮੈਂ ਕਹਿ ਸਕਦਾ ਵੀ ਨਾ ਕੋਈ ਕਿਸੇ ਵੀ ਢੰਗ ਨਾਲ ਕੋਈ ਰੈਸ਼ਨਲ ਨਹੀਂ, ਕੋਈ ਜਸਟੀਫਿਕੇਸ਼ਨ ਨਹੀਂ, ਕੋਈ ਲੌਜਿਕ ਨਹੀਂ ਇਹਨੂੰ ਪੋਸਟਪੋਨ ਕਰਨ ਦਾ। ਇੱਥੋਂ ਹੀ ਖਦਸ਼ਾ ਹੁੰਦਾ ਹੈ ਕਿ ਇਹਨਾਂ ਦੀ ਨੀਅਤ ਕੀ ਹੈ, ਕਿਉਂ ਨਹੀਂ ਕਲੀਅਰ ਕਰ ਦਿੰਦੇ ਵੀ ਇਹ ਗੱਲ ਕੀ ਹੈ। ਆਫਟਰ ਕਦੀ ਹੋਇਆ ਨਹੀਂ, ਇਹ ਫਸਟ ਟਾਈਮ ਹੋ ਰਿਹਾ ਹੈ ਕਿ ਕੱਲ੍ਹ ਤੋਂ ਬਗੈਰ ਸੈਨੇਟ ਤੋਂ ਯੂਨੀਵਰਸਿਟੀ ਚੱਲੇਗੀ। ਮਤਲਬ ਸਾਰੀ ਇੰਟਾਇਰ ਹਿਸਟਰੀ 'ਚ ਕਦੀ ਵੀ ਇਹ ਨਹੀਂ ਹੋਇਆ ਕਿ ਯੂਨੀਵਰਸਿਟੀ ਵਿਦਆਊਟ ਸੈਨੇਟ ਦੀ ਪ੍ਰੈਜ਼ੈਂਸ ਚੱਲੇ, ਅਤੇ ਇਹ ਜ਼ਿਆਦਾ ਡਿਸਟਰਬਿੰਗ ਹਰ ਇੱਕ ਲਈ ਹੈ ਕਿ ਵੀ ਇਹ ਕਿਉਂ ਹੋ ਰਿਹਾ। ਇਹਦੇ ਵਿੱਚ ਜਿਹੜੀਆਂ ਪੋਲੀਟੀਕਲ ਸਿਆਸੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਮੁੱਖ ਮੰਤਰੀ ਸਾਹਿਬ ਪੰਜਾਬ ਦੇ ਉਹ ਵੀ ਸ਼ਾਮਲ ਹੋਣਗੇ ਹੈ ਨਾ, ਅਤੇ ਉਹਨਾਂ ਨੇ ਨਹੀਂ ਕਦੇ ਇਸ ਬਾਰੇ ਆਵਾਜ਼ ਚੁੱਕੀ ਕਿ ਕਿਉਂ ਨਹੀਂ ਚੋਣ ਦੁਆਰਾ ਕੀਤੀ ਜਾ ਰਹੀ? ਉਹਨਾਂ ਨੇ ਕਦੇ ਇਸ ਬਾਰੇ, ਜਾਂ ਜਿਹੜੇ ਭਾਜਪਾ ਦੇ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਜਿਹੜੇ ਲੋਕ ਸਭਾ ਮੈਂਬਰ ਹੁੰਦੇ ਨੇ ਉਹ ਵੀ ਇਹਦੇ ਵਿੱਚ ਸ਼ਾਮਲ, ਉਹਨਾਂ ਨੇ ਨਹੀਂ ਅੱਗੇ ਕਦੇ ਗੱਲ ਕੀਤੀ, ਜਾਂ ਉਹਨਾਂ ਤੱਕ ਤੁਸੀਂ ਕਦੇ ਗੱਲ ਨਹੀਂ ਕੀਤੀ? ਦੇਖੋ, ਜਿਹੜੀ ਲੇਟੈਸਟ ਸੁਣਨ 'ਚ ਆ ਰਿਹਾ ਹੈ ਉਹ ਇਹ ਹੈ ਕਿ ਵੀ ਹੁਣ ਸਾਡੇ ਸੈਨੇਟਰਸ ਨੇ ਹੀ ਲਿਖ ਕੇ ਚੀਫ ਮਿਨਿਸਟਰ ਨੂੰ ਭੇਜਿਆ ਸੀ ਪਿਛਲੇ ਦਿਨਾਂ 'ਚ ਕਿ ਕਾਈਂਡਲੀ ਇੰਟਰਵੀਨ, ਤੁਸੀਂ ਇੰਟਰਵੀਨ ਕਰੋ ਔਰ ਸੈਂਟਰ ਨੂੰ ਕਹੋ ਕਿ ਇਹ ਇਲੈਕਸ਼ਨ ਜਿਹੜਾ ਡੈਮੋਕ੍ਰੈਟਿਕ ਜਿਹੜਾ ਹਾਊਸ ਬਣਨਾ ਚਾਹੀਦਾ ਹੈ। ਔਰ ਜੋ ਸੁਣਨ 'ਚ ਆ ਰਿਹਾ ਕਿ ਪੰਜਾਬ ਗੌਰਮੈਂਟ ਜਿਹੜੀ ਹੈ, ਚੀਫ ਮਿਨਿਸਟਰ ਜਿਹੜਾ ਨੇ ਜਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਹੈ, ਉਹ ਇਹਨਾਂ ਲਾਈਨਸ 'ਤੇ ਕਰ ਰਿਹਾ ਕਿ ਜਾ ਕੇ ਸੈਂਟਰ ਨੂੰ ਕਿਹਾ ਜਾਏ ਕਿ ਤੁਸੀਂ ਇਸ ਕਿਸੇ ਵੀ ਕੀਮਤ 'ਤੇ ਨੂੰ ਜਿਹੜਾ ਦਾ ਸਟੇਟਸ ਹੈਗਾ ਉਹ ਇਸੇ ਤਰ੍ਹਾਂ ਸਟੇਟਸ ਕੋ ਰਹਿਣਾ ਚਾਹੀਦਾ, ਡਿਸਟਰਬ ਨਹੀਂ ਹੋਣਾ ਚਾਹੀਦਾ। ਇਹ ਯੂਨੀਵਰਸਿਟੀ ਦੀ ਇਹੋ ਹੀ ਜਿਸ ਤਰ੍ਹਾਂ ਦਾ ਸਟਰਕਚਰ ਰਹਿਣਾ ਚਾਹੀਦਾ ਹੈ। ਸੋ ਇਹ ਗੱਲ ਹੈ। ਬਾਕੀ ਜਿਹੜੀਆਂ ਦੂਸਰੇ ਲੋਕ ਹੈ ਉਹ ਚੁੱਪ ਬੈਠੇ ਨੇ, ਜਦੋਂ ਕਿ ਹੁਣ ਸ਼ੁਰੂ ਹੋਇਆ ਹੈ। ਪਹਿਲਾਂ ਤਾਂ ਇਸ ਵਿੱਚ ਸ਼ਾਇਦ ਜਿਹੜੀ ਡੇਟ ਹੋ ਜਾਏਗੀ ਨਾ ਹੋ ਜਾਏਗੀ, ਹੁਣ ਜਦੋਂ ਬਿਲਕੁਲ 2-4 ਦਿਨ ਰਹਿ ਗਏ ਅਤੇ ਅਸੀਂ ਲੋਕ ਮਿਲੇ ਵੀ ਹਾਂ, ਐਡਵਾਈਜ਼ਰ ਨੂੰ ਮਿਲ ਕੇ ਆਏ ਸੀ ਇੱਥੇ ਜਿਹੜਾ ਸਾਡਾ ਯੂਟੀ ਐਡਮਿਨਿਸਟ੍ਰੇਸ਼ਨ ਦਾ, ਉਹ ਵੀ ਕਹਿੰਦਾ ਠੀਕ ਹੈ ਜੀ, ਅਸੀਂ ਦੇਖਦੇ ਹਾਂ। ਅੱਛਾ, ਉਸ ਤੋਂ ਬਾਅਦ ਚਾਂਸਲਰ ਨੂੰ ਵੀ ਲਿਖਿਆ। ਅਸੀਂ ਸਾਰੀ ਚੀਜ਼ਾਂ ਕਰਦੇ ਪਏ ਹਾਂ, ਸੈਨੇਟਰਸ ਵੀ, ਹੁਣ ਪਬਲਿਕ ਦੇ ਲੋਕ ਵੀ, ਕਈ ਆਰਗੇਨਾਈਜੇਸ਼ਨਾਂ ਵੀ ਡਿਮਾਂਡ ਕਰ ਰਹੀਆਂ ਕਿ ਵੀ ਹੋਣਾ ਚਾਹੀਦਾ। ਸੋ ਇਹ ਗੱਲਾਂ ਹੈਗੀਆਂ। ਪਰ ਜਿਹੜੀ ਤੁਸੀਂ ਗੱਲ ਪੁੱਛੀ ਹੈ ਕਿ ਚੀਫ ਮਿਨਿਸਟਰ ਨੇ ਐਜ਼ ਚੀਫ ਮਿਨਿਸਟਰ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ, ਜਿਹੜਾ ਕਿ ਅਸੀਂ ਸਮਝਦੇ ਹਾਂ ਬਹੁਤ ਮੀਨਿੰਗਫੁਲ ਹੈ। ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੀ ਜਿਹੜਾ, ਕਿਉਂਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਦੇ 'ਚ ਪੰਜਾਬ ਦੀ ਗੌਰਮੈਂਟ ਜਾਂ ਪੰਜਾਬ ਜਿਹੜਾ ਪੂਰਾ ਸਟੇਕ ਹੋਲਡਰ ਹੈ, ਔਰ ਉਹਦਾ ਕਹਿਣਾ ਵੀ ਤੁਸੀਂ ਸਾਡੀ ਮਰਜ਼ੀ ਦੇ ਬਗੈਰ ਕਿਸ ਤਰ੍ਹਾਂ ਕਰ ਸਕਦੇ ਹੋ। ਔਰ ਇਸ ਲਈ ਹਾਲੇ ਤੱਕ ਉਹਨੇ ਨਹੀਂ ਬੋਲਿਆ। ਔਰ ਸਾਨੂੰ ਆਸ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ, ਪੰਜਾਬ ਦੀ ਗੌਰਮੈਂਟ, ਪੰਜਾਬ ਦੇ ਲੀਡਰਸ, ਚਾਹੇ ਕਿਸੇ ਪੋਲੀਟੀਕਲ ਪਾਰਟੀ ਦੇ, ਉਹ ਜ਼ਰੂਰ ਇਸ ਗੱਲ ਦੀ ਡਿਮਾਂਡ ਕਰਨਗੇ ਵੀ ਇਹ ਜਿਹੜੀ ਹੈਰੀਟੇਜ ਯੂਨੀਵਰਸਿਟੀ ਹੈ ਸਾਡੀ, ਜਿਹੜੀ ਕਿ ਇੰਨੇ ਚਿਰਾਂ ਤੋਂ ਪੰਜਾਬ ਦਾ ਇੱਕ ਸਭ ਨਾਲੋਂ ਵੱਡਾ ਐਜੂਕੇਸ਼ਨ ਸੈਂਟਰ ਹੈ, ਔਰ ਇਹਦੀ ਕਿਸੇ ਯੂਨੀਕ ਜਿਹੜੀ ਕੰਪੋਜੀਸ਼ਨ ਹੈ, ਇਸ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਏ ਔਰ ਸੈਂਟਰ ਨੂੰ ਇਸ ਗੱਲ ਵਾਸਤੇ ਕਿਹਾ ਜਾਏ ਕਿ ਇਲੈਕਸ਼ਨ ਜਲਦੀ ਅਨਾਉਂਸ ਕਰੇ। ਇੱਕ ਹੋਰ ਇੱਥੇ ਦੱਸੋ ਕਿ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਕਿਰਨ ਖੇਰ ਹੋਣੀ ਜਦੋਂ ਲੋਕ ਸਭਾ ਮੈਂਬਰ ਸੀ ਜਾਂ ਹੋਰ ਭਾਜਪਾ ਦੇ ਨੁਮਾਇੰਦੇ, ਕੋਈ ਮੀਟਿੰਗ ਹੋਈ ਸੀ, ਕਹਿੰਦੇ ਉਸ ਮੀਟਿੰਗ ਵਿੱਚ ਕੋਈ ਰੌਲਾ ਰੱਪਾ ਪਿਆ ਇਸ ਚੀਜ਼ ਨੂੰ ਲੈ ਕੇ, ਜਾਂ ਉੱਥੇ ਕੋਈ ਇਹੋ ਜਿਹਾ ਰਵੱਈਆ ਸਾਹਮਣੇ ਆਇਆ, ਉਹ ਵੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸਾਰਾ, ਉਹ ਕੁਝ ਕੀ ਹੋਇਆ ਸੀ? ਦੇਖੋ, ਵੈਸੇ ਬਾਈ ਦੀ ਵੇ ਮੈਂ ਬਿਲਕੁਲ ਸਪਸ਼ਟ ਹਾਂ ਕਿ ਉਸ ਮੀਟਿੰਗ 'ਚ ਮੈਂ ਨਹੀਂ ਸੀ ਹੈਗਾ। ਉਸ ਦਿਨ ਮੇਰੀ ਵਾਈਫ ਇੱਥੇ ਮੈਕਸ 'ਚ ਦਾਖਲ ਸੀ ਅਤੇ ਮੈਂ ਉਸ ਦਿਨ ਨਹੀਂ ਸੀ ਉਹ ਅਟੈਂਡ, ਸ਼ਾਇਦ ਮੈਂ ਪਹਿਲੀ ਮੀਟਿੰਗ ਲਈ ਅਟੈਂਡ ਨਾ ਕੀਤੀ ਹੋਈ ਜ਼ਿੰਦਗੀ 'ਚ, ਅਤੇ ਮੈਨੂੰ ਨਹੀਂ ਪਤਾ। ਪਰ ਮੈਂ ਜੋ ਉਸ ਦਿਨ ਸੁਣਿਆ, ਜੋ ਅਖਬਾਰਾਂ ਨੇ ਕਿਹਾ ਜਾਂ ਸਾਥੀਆਂ ਨੇ ਕਿਹਾ ਕਿ ਉੱਥੇ ਜਿਹੜਾ ਸਾਡੇ ਮਿਨਿਸਟਰ ਸਾਹਿਬ ਹੈ, ਯੂਨੀਅਨ ਮਿਨਿਸਟਰ ਜਿਹੜੇ ਅਸਲੇ, ਉਹਨਾਂ ਨੇ ਕਿਹਾ ਵੀ ਅਸੀਂ, ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਮੈਜੋਰਟੀ ਦੱਸੋਗੇ ਸਾਨੂੰ ਇੱਥੇ ਆਪਣੀ, ਕਿ ਮੈਜੋਰਟੀ ਸਾਡੀ ਗੱਲ ਹੀ ਤੁਸੀਂ ਸੁਣਦੇ ਪਏ, ਅਤੇ ਅਸੀਂ ਜਿਸ ਤਰ੍ਹਾਂ 370 ਦਫਾ ਤੋੜੀ ਹੈ ਇਹ ਵੀ ਤੋੜ ਸਕਦੇ ਹਾਂ। ਕਿਹੜੇ ਯੂਨੀਅਨ ਮਿਨਿਸਟਰ ਸੀ ਉਹ?
ਇਹ ਮੇਰਾ ਖਿਆਲ ਸੋਮ ਪ੍ਰਕਾਸ਼ ਜਿਹੜੇ ਹੈ ਨਾ ਉਹ ਵੀ ਸੈਨੇਟ ਦੇ ਮੈਂਬਰ ਸਾਡੇ ਨੋਮੀਨੇਟਡ, ਅਤੇ ਇਹ ਗੱਲ ਉਸ ਦਿਨ ਇਹ ਸੁਣਨ 'ਚ ਆਈ ਸੀ। ਅਤੇ ਕਿਉਂਕਿ ਸੋਮ ਪ੍ਰਕਾਸ਼ ਜਾਂ ਕਿਰਨ ਖੇਰ ਸਾਰੇ ਇੱਕੋ ਤਰ੍ਹਾਂ ਦੀ ਲੌਬੀ ਦੇ ਬੈਠੇ ਸੀ, ਅਤੇ ਉਹ ਇਸ ਤਰ੍ਹਾਂ ਕਿਹਾ ਜਾਂਦਾ ਵੀ ਇਹਨਾਂ ਦਾ ਐਟੀਟਿਊਡ ਉਸ ਵੇਲੇ ਬੜਾ ਥ੍ਰੈਟਨਿੰਗ ਸੀ ਕਿ ਜੇ ਤੁਸੀਂ ਇਸ ਤਰ੍ਹਾਂ ਕਰੋ, ਕਿਉਂਕਿ ਮੈਜੋਰਿਟੀ ਜਿਹੜੀ ਇਸ ਵੇਲੇ ਸੈਨੇਟ 'ਚ ਹੈ ਐਗਜ਼ਿਸਟਿੰਗ, ਉਹ ਇਹਨਾਂ ਦੀ ਸੋਚ ਤੋਂ ਉਲਟ ਹੈ, ਮਤਲਬ ਮੈਜੋਰਿਟੀ ਇਹਨਾਂ ਦੇ ਨਾਲ ਨਹੀਂ। ਸੋ ਇਹ ਸੋਚਦੇ ਸੀ ਵੀ ਜੇ ਮੈਜੋਰਿਟੀ ਹੈ ਅਤੇ ਮੈਜੋਰਿਟੀ ਨੂੰ ਅਸੀਂ ਜੇ ਸਾਨੂੰ ਲੋੜ ਪਏਗੀ ਤਾਂ ਅਸੀਂ ਇਹਨੂੰ ਐਕਟ ਹੀ ਬਦਲ ਦਿਆਂਗੇ, ਜਿਹਦੇ ਨਾਲ ਸਾਡੀ ਸਾਰੀ ਆਪਣੀ ਹੀ ਪਾਵਰ ਆ ਜਾਏਗੀ। ਸੋ ਇਹ ਗੱਲ ਦਾ ਹੈ ਜੀ। ਇੱਕ ਹੋਰ ਦੱਸੋ ਕਿ ਜੇਕਰ ਅਜਿਹਾ ਕੁਝ ਹੁੰਦਾ ਤਾਂ ਇਹਦੇ ਨਾਲ ਪੰਜਾਬ ਦੇ ਕਾਲਜਾਂ ਨੂੰ, ਕਹਿੰਦੇ ਜਿਹੜੇ ਕਾਲਜ ਇਹਨਾਂ ਨਾਲ ਐਫੀਲੀਏਟਿਡ ਨੇ, ਉਹਨਾਂ ਨੂੰ ਕੋਈ ਨੁਕਸਾਨ ਹੋਣਾ ਹੈ ਜਾਂ ਉਹਨਾਂ ਵਿਦਿਆਰਥੀਆਂ ਦਾ ਭਵਿੱਖ ਉਹ ਕਿਸ ਤਰ੍ਹਾਂ ਨੁਕਸਾਨ ਕਿਸ ਤਰੀਕੇ ਨਾਲ ਹੋਊਗਾ? ਦੇਖੋ ਐਸ ਸੱਚ ਤੇ ਦੇਖੋ ਮੈਂ ਸਮਝਦਾ ਪਟਿਆਲਾ ਯੂਨੀਵਰਸਿਟੀ ਵੀ ਹੈਗੀ ਹੈ, ਗੁਰੂ ਨਾਨਕ ਯੂਨੀਵਰਸਿਟੀ ਵੀ ਹੈਗੀ ਹੈ, ਇੱਥੇ ਨਹੀਂ ਤਾਂ ਉੱਥੇ ਐਫੀਲੀਏਟ ਹੋ ਜਾਣਗੇ। ਕਾਲਜਾਂ ਨੂੰ ਤਾਂ ਜਿਹੜਾ ਹੋਰ ਵੀ ਪਹਿਲਾਂ ਸਾਰੀ ਪੰਜਾਬ ਇਕੱਠੇ ਹੁੰਦਾ, ਜਦੋਂ ਯੂਨੀਵਰਸਿਟੀ ਨਹੀਂ ਸੀ ਪੰਜਾਬੀ ਬਣੀ ਜਾਂ ਜਦੋਂ ਗੁਰੂ ਨਾਨਕ ਯੂਨੀਵਰਸਿਟੀ ਨਹੀਂ ਸੀ ਬਣੀ, ਉਦੋਂ ਤਾਂ ਇਕੱਲੀ ਇੱਕੋ ਯੂਨੀਵਰਸਿਟੀ ਪੰਜਾਬ ਹੀ ਸੀ, ਸਾਰਾ ਇੰਟਾਇਰ ਪੰਜਾਬ ਦੇ ਜ਼ਿਲ੍ਹੇ ਸਾਰੇ ਇਸੇ ਪੰਜਾਬ ਯੂਨੀਵਰਸਿਟੀ ਨਾਲ ਸੀ। ਦੋ ਬਣ ਗਈਆਂ ਅਤੇ ਉਹਨਾਂ ਨਾਲ ਐਫੀਲੀਏਟ ਹੋ ਗਏ। ਹੁਣ ਅਗਰ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੈ, ਅਗਰ ਇਹ ਨਹੀਂ ਹੁੰਦਾ ਤਾਂ ਉਹ ਤਾਂ ਕਾਲਜ ਵੰਡ ਕੇ ਤੇ ਦੋਨਾਂ ਯੂਨੀਵਰਸਿਟੀਆਂ ਲਾ ਦੇਣਗੇ, ਉਹ ਬੱਚਿਆਂ ਦੀ ਪੜ੍ਹਾਈ ਜਾਂ ਕਾਲਜਾਂ ਨਹੀਂ ਹੋਏਗਾ। ਪਰ ਜਿਹੜਾ ਅਸਲੀ ਗੱਲ ਹੈ ਉਹ ਇਹ ਹੈ ਕਿ ਦੇਖੋ ਬੜੀ ਸਿੰਪਲ ਜੀ ਗੱਲ ਹੈ, ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਟੈਂਡਿੰਗ ਹੈ, ਪੰਜਾਬ ਯੂਨੀਵਰਸਿਟੀ ਦੀ ਪ੍ਰੈਸਟੀਜ ਹੈ, ਉਸ 'ਤੇ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੰਜਾਬ ਯੂਨੀਵਰਸਿਟੀ 'ਚ ਦਾਖਲਾ ਲਵਾਂ, ਪੰਜਾਬ ਯੂਨੀਵਰਸਿਟੀ 'ਚ ਹੀ ਮੈਂ ਆਪਣੀ ਮੇਰੀ ਡਿਗਰੀ ਹੋਵੇ, ਮੋਹਰ ਲੱਗੀ ਹੋਵੇ। ਪੰਜਾਬ ਯੂਨੀਵਰਸਿਟੀ ਦੇ ਦਾਖਲੇ ਵਾਸਤੇ ਪਹਿਲੀ ਪ੍ਰੈਫਰੈਂਸ ਉਹਦੀ ਹੁੰਦੀ ਹੈ ਕੋਈ ਵੀ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ 'ਚ ਸੀਟ ਮਿਲੇ, ਨਹੀਂ ਤਾਂ ਫਿਰ ਮੈਂ ਦੂਜੀਆਂ ਯੂਨੀਵਰਸਿਟੀਆਂ ਜਾਵਾਂਗਾ। ਇਹ ਇੱਕ ਸੱਚੀ ਗੱਲ ਹੈ। ਕਿਉਂ? ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰੈਸਟੀਜ ਸਟੈਂਡਿੰਗ ਇੰਟਰਨੈਸ਼ਨਲੀ ਜਿਹੜੀ ਹੈਗੀ ਹੈ, ਉਹ ਇੱਕ ਇਹੋ ਜਿਹਾ ਟੈਗ ਹੈ, ਇੱਕ ਬ੍ਰਾਂਡ ਹੈ ਜਿਹੜਾ ਕਿ ਹਰ ਕੋਈ ਚਾਹੁੰਦਾ ਹੈ, ਚਾਹੇ ਉਹ ਟੀਚਰ ਹੈ, ਚਾਹੇ ਉਹ ਸਟੂਡੈਂਟ ਹੈ, ਚਾਹੇ ਪੇਰੈਂਟਸ ਵੀ ਚਾਹੁੰਦੇ ਨੇ ਕਿ ਸਾਡੇ ਬੱਚੇ ਨੂੰ ਪੰਜਾਬ ਯੂਨੀਵਰਸਿਟੀ ਮਿਲ ਜਾਏ, ਉੱਥੇ ਹੋਸਟਲ ਮਿਲ ਜਾਏ, ਸਾਡੀ ਸਾਹਮਣੇ ਬੱਚਾ ਸਾਡਾ ਸਮਝ ਲਓ ਇੰਗਲੈਂਡ ਚਲ ਗਿਆ। ਮਤਲਬ ਇਹ ਜਿਹੜੀ ਚੀਜ਼ ਹੈ ਨਾ, ਇਸ ਕਰਕੇ ਜਿਹੜਾ ਪੰਜਾਬ ਦੀ ਜਿਹੜੀ ਸਟੈਂਡਿੰਗ ਹੈ ਇਸ ਯੂਨੀਵਰਸਿਟੀ ਦੀ, ਉਹਦੇ ਕਰਕੇ ਲੋਕਾਂ ਨੂੰ ਇੱਕ ਗੱਲ ਦਾ ਫੀਲ ਹੋਏਗਾ ਵੀ ਇਹ ਕਿਉਂ ਹੋਇਆ। ਅੱਛਾ ਹਾਂ, ਦੂਸਰੀ ਗੱਲ ਇਹ ਹੈ, ਮੈਂ ਮਹਿਸੂਸ ਕਰਦਾ ਕਿ ਪਿਛਲੀ ਵਾਰੀ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਕਿ ਇਸ ਤਰ੍ਹਾਂ ਕਰ ਲਓ ਕਿ ਕੁਛ ਕਿਹੜੇ ਜ਼ਿਲ੍ਹੇ ਹੈਗੇ ਨੇ, ਫਿਰੋਜ਼ਪੁਰ ਜ਼ਿਲ੍ਹਾ ਉਹ ਅੰਮ੍ਰਿਤਸਰ ਦੇ ਨੇੜੇ ਪੈਂਦਾ ਹੈ, ਉਹਨੂੰ ਅੰਮ੍ਰਿਤਸਰ ਨਾਲ ਲਾ ਦਿਓ, ਜਿਹੜਾ ਬਠਿੰਡਾ ਵਗੈਰਾ ਪਟਿਆਲੇ ਲਾ ਦਿਓ। ਉੱਥੇ ਸਟਿਫ ਆਪੋਜੀਸ਼ਨ ਹੋਈ ਸੀ ਉੱਥੋਂ ਦੇ ਇਲਾਕਿਆਂ ਦੀ ਕਿ ਨਾ 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 ਅਸੀਂ ਕਿਸੇ ਕੀਮਤ 'ਤੇ ਉੱਧਰ ਨਹੀਂ ਜਾਣਾ, ਗੁਰੂ ਨਾਨਕ ਜੀ ਨਾ ਇੱਧਰ ਪਟਿਆਲੇ ਜਾਣਾ, ਅਸੀਂ ਪੰਜਾਬ ਯੂਨੀਵਰਸਿਟੀ ਭਾਵੇਂ ਉਹ ਕਾਰਨਰ 'ਚ ਬੈਠਾ ਰਾਜਸਥਾਨ ਦੇ ਨੇੜੇ ਹੈ, ਤਾਂ ਵੀ ਮੇਰਾ ਮਤਲਬ ਜਿਹੜੀ ਇੱਕ ਇਮੋਸ਼ਨਲ ਅਟੈਚਮੈਂਟ ਹੈ ਨਾ, ਇਮੋਸ਼ਨਲ ਪਲੱਸ ਜਿਹੜੀ ਇੱਕ ਜਿਹਨੂੰ ਮੰਨ ਲਓ ਟੈਗ ਹੈ ਜਾਂ ਬ੍ਰਾਂਡ ਹੈ ਜਾਂ ਇੱਕ ਪ੍ਰੈਸਟੀਜ ਹੈ ਕਿ ਮੈਂ ਉੱਥੋਂ ਦਾ ਸਟੂਡੈਂਟ ਹਾਂ, ਮੈਂ ਉੱਥੋਂ ਦਾ ਪੜ੍ਹਿਆ। ਸੋ ਇਸ ਕਰਕੇ ਇਹ ਜ਼ਰੂਰ ਫੀਲਿੰਗ ਆਏਗੀ। ਜਿਹੜੇ ਟੀਚਰ ਵੀ ਹੈ, ਪ੍ਰਿੰਸੀਪਲ ਵੀ ਹੈ, ਮੈਨੇਜਮੈਂਟਾਂ ਵੀ ਹੈ, ਉਹ ਵੀ ਇਹ ਸਮਝਦੇ ਕਿ ਸਾਡੀ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਸ਼ਨ ਜਿਹੜੀ ਜ਼ਿਆਦਾ ਪ੍ਰੈਸਟੀਜੀਅਸ ਹੈ। ਇੱਕ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ ਕਿ ਅਧਿਆਪਨ ਨੂੰ ਲੈ ਕੇ ਵੀ ਸ਼ਾਇਦ ਹੋ ਸਕਦਾ ਕਿ ਜਿਹੜੀ ਪੰਜਾਬੀ ਜਿਹੜੇ ਉੱਥੇ ਪੜ੍ਹਾਈ ਜਾਂਦੀ ਹੈ ਜਾਂ ਕੋਈ ਵਿਸ਼ੇ ਇਹੋ ਜਿਹੇ ਪੜ੍ਹਾਏ ਜਾਂਦੇ ਨੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ, ਸ਼ਾਇਦ ਉਹਨਾਂ ਦੇ ਉੱਤੇ ਵੀ ਸ਼ਾਇਦ ਕਹਿੰਦੇ ਡਾਕਾ ਮਾਰਦੇ ਨੇ ਕੋਈ ਆਪਣੇ ਵੱਲੋਂ, ਜਾਂ ਫਿਰ ਕਹਿੰਦੇ ਪੰਜਾਬ ਯੂਨੀਵਰਸਿਟੀ ਦਾ ਸ਼ਾਇਦ ਨਾਮ ਵੀ ਤਬਦੀਲ ਹੋ ਸਕਦਾ ਜਿਸ ਤਰੀਕੇ ਨਾਲ ਪੰਜਾਬ ਜਾਂ ਪੰਜਾਬੀ ਨੂੰ ਟਾਰਗੇਟ ਕੀਤਾ ਜਾਂਦਾ। ਦੇਖੋ ਗੱਲ ਇਸ ਤਰ੍ਹਾਂ ਹੈ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਸ ਦੇ ਉੱਤੇ ਖਦਸ਼ਾ ਹੋਣਾ ਇੱਕ ਵੈਸੇ ਸੁਭਾਵਿਕ ਹੈ। ਇਹ ਸੋਚ ਕੇ ਵੀ ਜਿਹੜੀ ਨੈਕਸਟ ਜਿਹੜਾ ਵੀ ਸਟਰਕਚਰ ਬਣਨਾ ਹੈ, ਜੇ ਉਹ ਸੈਂਟਰ ਦੇ ਅੰਡਰ ਚਲਾ ਗਿਆ, ਜੇ ਉਹਨਾਂ ਦੀ ਕੀ ਸੋਚ ਹੋਏਗੀ, ਕਿਸ ਤਰ੍ਹਾਂ ਦੀ ਇੱਥੇ ਐਜੂਕੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਕਰਨਾ, ਕਿਸ ਤਰ੍ਹਾਂ ਉਹਨਾਂ ਨੇ ਲੈਂਗੁਏਜ ਪਾਲਿਸੀ ਬਣਾਉਣੀ ਹੈ, ਜੋ ਕੁਛ ਵੀ ਕਰਨਾ ਹੈ, ਉਹਦੇ ਵਿੱਚ ਕੁਦਰਤੀ ਗੱਲ ਹੈ। ਹੁਣ ਕੀ ਹੈ, ਹੁਣ ਤਾਂ ਨਾ ਵੀ ਸੈਨੇਟ 'ਚ ਕੋਈ ਗੱਲ ਆਉਂਦੀ ਹੈ, ਉਸ ਲਈ ਹੀ ਵੱਖ-ਵੱਖ ਵਰਗਾਂ ਦੇ ਲੋਕ ਬੈਠੇ ਨੇ, ਉੱਥੇ ਇੱਕ ਥਾਰੋ ਡਿਸਕਸ਼ਨ ਹੁੰਦੀ ਹੈ, ਬਹਿਸ ਹੁੰਦੀ ਹੈ, ਔਰ ਉਹਦੇ ਬਾਅਦ ਫੈਸਲਾ ਹੁੰਦਾ ਹੈ। ਜਦੋਂ ਇਲੈਕਸ਼ਨ ਹੀ ਕੋਈ ਨਹੀਂ, ਇਲੈਕਟਡ ਹੀ ਕੋਈ ਨਹੀਂ, ਜੋ ਨੋਮੀਨੇਟਡ ਬੋਰਡ ਆਫ ਗਵਰਨਰਸ ਹੋਏਗਾ, ਉਹਦੇ 'ਚ ਜੋ ਗੌਰਮੈਂਟ ਚਾਹੇਗੀ, ਜੋ ਜਿਹੜੇ ਰੂਲਰਸ ਚਾਹਣਗੇ ਹੋ ਜਾਏਗਾ। ਉਹਦੇ ਵਿੱਚ ਕੀ ਕਰਨਗੇ, ਪੰਜਾਬੀ ਦਾ ਦਰਜਾ ਘਟਾਉਂਦੇ ਆ ਕਿ ਨਹੀਂ ਘਟਾਉਂਦੇ, ਜਾਂ ਉਹਨੂੰ ਇਗਨੋਰ ਕਰਦੇ ਨਹੀਂ ਕਰਦੇ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਕਿਉਂ? ਜਦੋਂ ਸੈਂਟਰ ਦੇ ਮਤਹਿਤ ਹੋ ਜਾਏਗੀ, ਸੈਂਟਰ ਉਹਦਾ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ, ਇਹ ਵੀ ਕਿਹਾ ਜਾਂਦਾ ਵੀ ਉਹਨਾਂ ਦੀ ਮਰਜ਼ੀ ਹੈ ਕੱਲ੍ਹ ਨੂੰ ਉਹਦਾ ਨਾਂ ਹੀ ਬਦਲ ਦੇਣ, ਕਿਉਂਕਿ ਇਸ ਗੱਲ ਦਾ ਟੋਟਲ ਫਿਰ ਕਿਸੇ ਦਾ ਚੈੱਕ ਤਾਂ ਕੋਈ ਨਹੀਂ ਨਾ। ਅੱਜ ਚੈੱਕ ਹੈ, ਅੱਜ ਪਾਰਲੀਮੈਂਟ ਦੇ ਮੁਤਾਬਕ ਇੱਥੇ ਵਾਈਸ ਚਾਂਸਲਰ ਜਿਹੜਾ ਹੈ ਉਹ ਵੀ ਆਪਣੇ ਆਪ 'ਚ ਕੋਈ ਬਿਗ ਬੌਸ ਨਹੀਂ ਹੈ, ਹੀ ਇਜ਼ ਜਸਟ ਵਨ ਆਫ ਦਾ ਮੈਂਬਰਸ ਆਫ ਦੀ ਸਿੰਡੀਕੇਟ। ਸੋ ਇਹ ਜਿਹੜੀ ਆਟੋਨਮੀ ਹੈ, ਇਹ ਜਿਹੜੀ ਡੈਮੋਕ੍ਰੈਟਿਕ ਸਟਰਕਚਰ ਹੈ, ਇਹ ਬਹੁਤ ਸਟਰੋਂਗ ਚੀਜ਼ ਹੈ। ਅਸੀਂ ਇਹ ਸਮਝਦੇ ਹਾਂ ਕਿ ਇੱਥੇ ਮੈਂ 30 ਸਾਲ ਤੋਂ ਦੇਖਦਾ ਪਿਆ ਕਿ ਬੱਚਿਆਂ ਦੇ ਇਸ਼ੂਜ਼, ਹੋਰ ਇਸ਼ੂਜ਼, ਅਸੀਂ ਇੰਨੇ ਜ਼ਿਆਦਾ ਮੈਂਬਰਾਂ ਦੀ ਜਿਹੜੀ ਉੱਥੇ ਇਸ ਬੋਲਣ ਦਾ ਅਧਿਕਾਰ ਹੈ, ਉਹਦੇ ਨਾਲ ਫੈਸਲੇ ਬੜੇ ਚੰਗੇ ਕੀਤੇ, ਉਲਟਾਏ ਗਏ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇੱਕ ਗੌਰਮੈਂਟ ਸੀ, ਕਾਂਗਰਸ ਦੀ ਪਿਛਲੀ ਗੌਰਮੈਂਟ ਸੀ ਜਿਹੜੀ, ਉਸ ਲਈ ਇੱਕ ਗੌਰਮੈਂਟ ਨੇ ਕੀਤਾ ਕਿ ਫੀਸਾਂ ਸਾਰੀਆਂ ਹੀ ਪੰਜਾਬ ਦੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਫੀਸਾਂ ਵਧਾ ਦਿੱਤੀਆਂ। ਐਜੂਕੇਸ਼ਨ ਸੈਕਟਰੀ ਨੇ ਕਿਹਾ ਕਿ ਦੇਖੋ ਜੀ ਇਹਦੇ ਬੜੇ ਪੁਰਾਣੇ ਹੋਸਟਲਾਂ ਦੇ ਰੇਟਸ ਹੈਗੇ ਨੇ, ਬੜੀਆਂ ਘੱਟ ਫੀਸਾਂ ਹੈ, ਇਹ ਥੋੜ੍ਹਾ ਗੱਲ ਹੈਗੀ ਹੈ, ਇਹਦੇ ਨਾਲ ਬਿਹਤਰ ਹੈ ਕਿ ਤੁਸੀਂ ਇਸ ਨੂੰ ਨਾ
ਬਦਲ ਦਿਓ ਅਤੇ ਫੀਸਾਂ ਵਧਾਤੀਆਂ ਜਾਣ। ਉਹਨਾਂ ਨੇ ਫੀਸ ਵਧਾਤੀ। ਅਸੀਂ ਉਸ ਵੇਲੇ, ਮੈਂ ਵੀ ਉਹਨਾਂ 'ਚ ਇੱਕ ਸੀ, ਅਸੀਂ ਇਹ ਸਟੈਂਡ ਲਿਆ ਕਿ ਫੀਸ ਸਟਰਕਚਰ ਜਿਹੜਾ ਹੈ, ਫੀ ਫੰਡ ਸਟਰਕਚਰ ਹੈ, ਇਹ ਗੌਰਮੈਂਟ ਦਾ ਕੋਈ ਰੋਲ ਨਹੀਂ, ਇਹ ਯੂਨੀਵਰਸਿਟੀਆਂ ਦੀ ਆਟੋਨਮੀ ਹੈ। ਅਸੀਂ ਰੈਕੁਜੀਸ਼ਨ ਕੀਤੀ, ਜਿਹਦੇ 'ਚ 15 ਬੰਦੇ ਲਿਖ ਕੇ ਦਿੰਦੇ, ਤਾਂ ਮੀਟਿੰਗ ਬੁਲਾਉਣੀ ਪੈਂਦੀ ਹੈ ਸੈਨੇਟ ਦੀ। ਅਸੀਂ ਰੈਕੁਜੀਸ਼ਨ ਕੀਤੀ, ਉਸ 'ਚ ਮੀਟਿੰਗ ਹੋਈ, ਉਹਦੇ ਵਿੱਚ ਅਸੀਂ ਪਾਸ ਕੀਤਾ ਵੀ ਕੋਈ ਹਾਈਕ ਨਹੀਂ ਹੋਣੀ ਚਾਹੀਦੀ। ਉਹਦਾ ਫੈਸਲਾ ਹੋਇਆ, ਪੰਜਾਬ ਗੌਰਮੈਂਟ ਨੂੰ ਆਪਣਾ ਫੈਸਲਾ ਸਾਰੇ ਪੰਜਾਬ 'ਚ ਵਿਡਰਾ ਕਰਨਾ ਪਿਆ, ਕਿਉਂਕਿ ਅਸੀਂ ਪ੍ਰਿੰਸੀਪਲ ਸਟੈਂਡ ਲਿਆ ਕਿ ਇਹ ਤਾਂ ਫੈਸਲਾ ਤਾਂ ਯੂਨੀਵਰਸਿਟੀਆਂ ਨੇ ਕਰਨਾ, ਤੁਸੀਂ ਕੌਣ ਹੁੰਦੇ ਕਰਨ ਵਾਲੇ। ਅੱਛਾ, ਫਿਰ ਕਿਉਂਕਿ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਹੈ ਉਹ ਟੋਟਲ ਸਰਕਾਰ ਦੇ ਕੰਟਰੋਲ 'ਚ ਹੈ, ਪਟਿਆਲਾ ਯੂਨੀਵਰਸਿਟੀ ਪੂਰੀ ਕੰਟਰੋਲ 'ਚ ਹੈ। ਸਾਡੇ ਇੱਥੇ ਕੋਈ ਗੱਲ ਨਹੀਂ, ਇੱਥੇ DPI ਵੀ ਆਉਂਦਾ, ਮਿਨਿਸਟਰ ਵੀ ਆਉਂਦੇ, ਜਸਟ ਵਨ ਉਹਦੇ ਮੈਂਬਰਸ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਕਿ ਇਸ ਯੂਨੀਵਰਸਿਟੀ ਦਾ ਇੱਕ ਇੰਪੈਕਟ ਇਹੋ ਜਿਹਾ ਹੈ ਜਿਹਦੇ ਨਾਲ ਡੈਮੋਕ੍ਰੇਟਿਕ ਸਟਰਕਚਰ ਦੇ ਨਾਲ ਫੈਸਲੇ ਬੜੇ ਅੱਛੀ ਢੰਗ ਨਾਲ ਲਏ ਜਾਂਦੇ ਨੇ, ਔਰ ਉਹ ਪ੍ਰੋ ਸਟੂਡੈਂਟ, ਪ੍ਰੋ ਪੀਪਲ, ਪ੍ਰੋ ਪੇਰੈਂਟਸ ਜਿਹੜੇ ਉਹਦਾ ਸਕੋਪ ਹੈਗਾ। ਇਹ ਦੱਸੋ ਕਿ ਜੇਕਰ ਇਹ ਚੋਣ ਨਹੀਂ ਕਰਵਾਈ ਜਾਂਦੀ ਸਰਕਾਰੋਂ, ਤਾਂ ਕੀ ਦੂਜਾ ਬਦਲ ਕੀ ਹੈ ਤੁਹਾਡੇ ਕੋਲ? ਤੁਸੀਂ ਕਾਨੂੰਨ ਦੇ ਤੌਰ 'ਤੇ ਜਾ ਕੇ ਉੱਥੇ ਅਦਾਲਤਾਂ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਕੁਝ ਹੋ ਰਿਹਾ, ਜਾਂ ਇਹਦਾ ਬਦਲ ਕੀ ਹੈ? ਕਿਸ ਤਰ੍ਹਾਂ ਚੋਣ ਹੋ ਸਕਦੀ ਹੈ ਜੇ ਸਰਕਾਰ ਨਾ ਵੀ ਚਾਹਵੇ, ਜਾਂ ਸਰਕਾਰ ਇਹਦੇ ਉੱਤੇ ਤੁਸੀਂ ਕਹਿ ਰਹੇ ਜੇ ਕੇਂਦਰ ਸਰਕਾਰ ਚਾਹਵੇ ਤਾਂ ਇਹਨੂੰ ਖਤਮ ਵੀ ਕਰ ਸਕਦੀ ਹੈ? ਜੇ ਉਹਨੂੰ ਖਤਮ ਕਰ ਦਿੰਦੀ ਹੈ ਤਾਂ ਤੁਹਾਡਾ ਕੀ ਰੁਖ ਹੋਏਗਾ? ਬਾਕੀ ਸਿੰਡੀਕੇਟ ਮੈਂਬਰ ਉਹਦੇ ਬਾਰੇ ਫਿਰ ਕੀ ਐਕਸ਼ਨ ਲੈਣਗੇ? ਦੇਖੋ, ਬੜਾ ਹੀ ਸਿੰਪਲ ਗੱਲ ਹੈ। ਅਸੀਂ ਸਟਰੋਂਗਲੀ ਮਹਿਸੂਸ ਕਰਦੇ ਹਾਂ ਕਿ ਇਸ ਦਾ ਇਲੈਕਸ਼ਨ ਨਾ ਕਰਾਉਣਾ ਬਿਲਕੁਲ ਅਨਜਸਟੀਫਾਈਡ ਹੈ। ਕੋਈ ਲੌਜਿਕ ਨਹੀਂ ਕਿ ਇਲੈਕਸ਼ਨ ਨਾ ਕਰਾਇਆ ਜਾਏ। ਇਸ ਕਰਕੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਵੀ, ਜਿਹੜੇ ਵੀ ਲੋਕ ਇੱਥੇ ਇੰਟਲੈਕਚੁਅਲਸ ਹੈਗੇ ਨੇ, ਜਿਨ੍ਹਾਂ ਦਾ ਵੀ ਯੂਨੀਵਰਸਿਟੀ ਦੇ ਨਾਲ ਸੰਬੰਧ ਹੈ, ਅਸੀਂ ਸਭ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਆਵਾਜ਼ ਰੇਜ਼ ਕਰੋ, ਜਿਹਦੇ ਨਾਲ ਗੌਰਮੈਂਟ ਨੂੰ ਕਿਹਾ ਜਾਏ ਕਿ ਜਲਦੀ ਡੇਟ ਫਿਕਸ ਕਰੀ ਜਾਏ। ਅਸੀਂ ਇਸ ਦੇ ਵਿੱਚ ਇਹ ਵੀ ਰੂਲ ਆਊਟ ਨਹੀਂ ਕਰਦੇ ਪਏ। ਅਸੀਂ ਸੋਚਦੇ ਹਾਂ ਕਿ ਅਗਰ ਐਸਾ ਹੁੰਦਾ ਹੈ, ਅਸੀਂ ਕੋਰਟ ਆਫ ਲਾਅ 'ਚ ਵੀ ਜਾਣ ਦੀ ਸੋਚਦੇ ਨੇ ਸਾਰੇ ਲੋਕ ਕਿ ਅਸੀਂ ਉੱਥੇ ਹਾਈ ਕੋਰਟ 'ਚ ਵੀ ਜਾਵਾਂਗੇ ਵੀ ਜਿਹੜਾ ਐਕਟ ਦੀ ਵਾਇਲੇਸ਼ਨ ਹੋ ਰਹੀ ਹੈ। ਸੋ ਅਸੀਂ ਡੈਮੋਕ੍ਰੈਟਿਕਲੀ ਜਿਹੜੇ ਵੀ ਤਰੀਕੇ ਹੈਗੇ ਨੇ ਉਹ ਅਪਣਾਵਾਂਗੇ, ਅਪਣਾ ਰਹੇ ਹਾਂ ਕਿ ਵੀ ਅਸੀਂ ਜਿਹਦੇ 'ਚ ਲੋਕਾਂ 'ਚ ਵੀ ਲੌਬਿੰਗ ਕਰ ਰਹੇ ਹਾਂ, ਮਤਲਬ ਲੋਕਾਂ ਦੇ ਨਾਲ ਕਿ ਗੌਰਮੈਂਟ ਨੂੰ ਐਡਵਾਈਜ਼ਰ ਨੂੰ ਮਿਲ ਕੇ ਆਏ ਜਾਂ ਚਾਂਸਲਰ ਨੂੰ ਲਿਖਿਆ ਹੈ, ਹੋਰ ਅਸੀਂ ਮਿਨਿਸਟਰਾਂ ਨੂੰ ਜਿਹੜੇ ਸੈਂਟਰ ਦੇ ਜਾਂ ਸੌਰੀ ਪੰਜਾਬ ਦੇ ਨੇ ਉਹਨਾਂ ਨੂੰ ਮਿਲਦੇ ਹਾਂ। ਤੁਹਾਡੇ ਇੱਥੋਂ ਦੇ MP ਕਿਰਨ ਖੇਰ ਨੇ, ਉਹਨਾਂ ਨਾਲ ਨਹੀਂ ਗੱਲਬਾਤ ਕੀਤੀ? ਨਹੀਂ, ਉਹਨਾਂ ਨਾਲ ਕਿਸੇ ਨਾਲ ਮੈਨੂੰ ਮੇਰੇ ਨੋਟਿਸ 'ਚ ਨਹੀਂ ਹੈਗਾ ਕਿ ਵੀ ਕੋਈ ਗੱਲ ਹੋਈ ਕਿ ਨਹੀਂ ਹੋਈ। ਨਹੀਂ, ਮੇਰੇ ਨੋਟਿਸ 'ਚ ਕੋਈ ਨਹੀਂ ਹੈ, ਨਾ ਹੀ ਉਹਦਾ ਕੋਈ ਪਬਲਿਕ ਸਟੇਟਮੈਂਟ ਆਈ ਹੈ, ਨਾ ਹੀ ਉਹਨਾਂ ਨੂੰ ਕਿਸੇ ਨੂੰ ਮਿਲਣ ਦੀ ਗੱਲ ਮੈਨੂੰ ਮੇਰੇ ਨੋਟਿਸ 'ਚ ਨਹੀਂ ਹੈ ਕਿ ਕੋਈ ਨੂੰ ਮਿਲਿਆ ਕਿ ਨਹੀਂ ਮਿਲਿਆ। ਸ਼ੁਕਰੀਆ ਸ਼ਰਮਾ ਜੀ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸੀਨੇਟ ਅਤੇ ਸਿੰਡੀਕੇਟ ਮੈਂਬਰ, ਕਿਉਂਕਿ ਚੋਣ ਹੁਣ ਜਿਹੜੀ ਹੈ ਜੇ ਅੱਗੋਂ ਹੋਏਗੀ ਤਾਂ ਹੀ ਅੱਗੇ ਨਿਯੁਕਤੀਆਂ ਹੋਣਗੀਆਂ। ਇਹਨਾਂ ਨੇ ਲਗਾਤਾਰ 24 ਸਾਲ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਸੀਨੇਟ ਅਤੇ ਸਿੰਡੀਕੇਟ ਮੈਂਬਰ ਰਹਿ ਕੇ, ਪਰ ਹੁਣ ਜਿਹੜਾ ਉਹ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੋ ਰਿਹਾ ਕਿ ਕਿਤੇ ਕੇਂਦਰ ਇਹ ਨਾ ਹੋਵੇ ਕਿ ਜਿਸ ਤਰੀਕੇ ਦੇ ਨਾਲ ਕਾਨੂੰਨ ਥੋਪੇ ਜਾ ਰਹੇ ਨੇ ਅਤੇ ਇੱਥੇ ਵੀ ਜਿਹੜਾ ਉਹ ਸੈਨੇਟ ਅਤੇ ਸਿੰਡੀਕੇਟ ਨੂੰ ਜਿਹੜਾ ਉਹ ਖਤਮ ਕਰਕੇ ਪੰਜਾਬੀਆਂ ਦੇ ਹੱਕ ਦੇ ਉੱਤੇ ਜਿਹੜਾ ਕਹਿੰਦੇ ਰਹਿੰਦਾ ਖੁੰਦਾ ਇੱਕ ਹੱਕ ਪੰਜਾਬੀਆਂ ਦਾ ਪੰਜਾਬ ਯੂਨੀਵਰਸਿਟੀ ਤੱਕ ਚੰਡੀਗੜ੍ਹ ਦੇ ਵਿੱਚ ਰਹਿ ਗਿਆ, ਕਿਤੇ ਉਹ ਵੀ ਖਤਮ ਹੋ ਜਾਵੇ। ਸੋ ਵੇਲਾ ਜਾਗਣ ਦਾ ਇਸ ਮਸਲੇ ਨੂੰ ਲੈ ਕੇ ਤਮਾਮ ਸਿਆਸੀ ਪਾਰਟੀਆਂ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਇਕਜੁੱਟ ਹੋਵੋ, ਇਸ ਮਸਲੇ ਨੂੰ ਸਮਝੋ ਕਿ ਆਖਿਰਕਾਰ ਮਸਲੇ ਦੀ ਗੰਭੀਰਤਾ ਕੀ ਹੈ, ਕਿੱਥੇ ਜਾ ਕੇ ਉਹ ਪੰਜਾਬ ਨੂੰ, ਪੰਜਾਬੀ ਨੂੰ, ਪੰਜਾਬੀਅਤ ਦੀ ਗੱਲਾਂ ਕਰਨ ਵਾਲਿਆਂ ਨੂੰ ਬੋਲਣਾ ਚਾਹੀਦਾ। ਇਸ ਮਸਲੇ ਦੇ ਉੱਤੇ ਜ਼ਰੂਰ ਨਿਕਲ ਕੇ ਸਾਹਮਣੇ ਆਓ। ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।